ਵੈਲਕਮ ਟੂ ਸੀਬੀਸੀ ਆਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ ਸੀਬੀਸੀ ਅਕੈਡਮੀ ਅਬੋਰ ਤੋਂ। ਅੱਜ ਅਸੀਂ ਡਿਸਕਸ ਕਰਾਂਗੇ ਡਿਸਟ੍ਰਿਕਟ ਜੀਕੇ ਦਾ ਪਾਰਟ ਸੈਕਿੰਡ। ਡਿਸਟ੍ਰਿਕਟ ਜੀਕੇ ਦੇ ਵਿੱਚ ਪਾਰਟ ਸੈਕਿੰਡ ਹੈ। ਇਸ ਤੋਂ ਪਹਿਲਾਂ ਮੈਂ ਪਾਰਟ 1 ਦੇ ਵਿੱਚ ਮੈਂ ਬਠਿੰਡਾ, ਫਰੀਦਕੋਟ ਅਤੇ ਆਪਣਾ ਮਾਨਸਾ 3 ਡਿਸਟ੍ਰਿਕਟ ਕਵਰ ਕੀਤੇ ਨੇ। ਸੋ ਜਿਨ੍ਹਾਂ ਨੇ ਉਹ ਨਹੀਂ ਵੇਖੇ ਪਲੀਜ਼ ਉਹਨੂੰ ਜਾ ਕੇ ਜ਼ਰੂਰ ਵੇਖ ਲਓ। ਇਸ ਤੋਂ ਪਹਿਲਾਂ ਕਾफ़ੀ ਵੀਡੀਓਜ਼ ਮੈਂ ਬਣਾ ਚੁੱਕਿਆ, ਉਸ ਨੂੰ ਵੀ ਜਾ ਕੇ ਅਗਰ ਪੰਜਾਬ ਜੀਕੇ ਤੁਹਾਨੂੰ ਟਫ ਲੱਗਦੀ ਹੈ ਤਾਂ ਤੁਸੀਂ ਜਾ ਕੇ ਉਸ ਨੂੰ ਜ਼ਰੂਰ ਵੇਖ ਸਕਦੇ ਹੋ ਅਤੇ ਫਰੈਂਡਸ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ। ਅੱਛਾ, ਜਿਹੜੇ ਸਟੂਡੈਂਟ ਇਸ ਚੈਨਲ ਨੂੰ ਪਹਿਲੀ ਵਾਰੀ ਇਸੇ ਵੀਡੀਓ ਨੂੰ ਵੇਖ ਰਹੇ ਹੈ ਤਾਂ ਸੋ ਇਸ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਇਨ ਫਿਊਚਰ ਦੇ ਵਿੱਚ ਕੋਈ ਵੀ ਵੀਡੀਓ ਤੁਹਾਡੇ ਕੋਲ ਪਹੁੰਚ ਜਾਵੇਗੀ, ਉਹਦਾ ਨੋਟੀਫਿਕੇਸ਼ਨ ਪਹੁੰਚੇਗਾ ਅਗਰ ਤੁਸੀਂ ਬੈਲ ਆਈਕਨ ਬਟਨ ਵੀ ਦਬਾ ਦਿੰਦੇ ਹੋ। ਠੀਕ ਹੈ ਜੀ, ਅਤੇ ਆਪਣਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਹੁਣ ਆਪਾਂ ਗੱਲ ਕਰਾਂਗੇ ਜੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਬਾਰੇ। ਕਾफ़ी एग्जाम ਦੇ ਵਿੱਚ ਜਿਹੜੇ ਡਿਸਟ੍ਰਿਕਟ ਵਾਈਜ਼ ਕੁਐਸਚਨ ਆਉਂਦੇ ਨੇ ਉਹਦੇ ਵਿੱਚ ਆਪਾਂ 10 ਡਿਸਟ੍ਰਿਕਟ ਕਵਰ ਕਰ ਚੁੱਕੇ ਹਾਂ। ਅੱਜ ਚੌਥਾ ਡਿਸਟ੍ਰਿਕਟ ਆਪਾਂ ਕਵਰ ਕਰਨ ਜਾ ਰਹੇ ਹਾਂ ਅਤੇ ਗੱਲ ਕਰਦੇ ਹਾਂ ਫਿਰੋਜ਼ਪੁਰ ਡਿਸਟ੍ਰਿਕਟ ਦੀ ਬਾਰੇ। ਫਿਰੋਜ਼ਪੁਰ ਡਿਸਟ੍ਰਿਕਟ ਕਹਿੰਦੇ ਜੀ ਪੰਜਾਬ ਦੇ ਵਿੱਚ ਸਭ ਤੋਂ ਨਾ ਓਲਡੈਸਟ ਡਿਸਟ੍ਰਿਕਟ ਹੈ। ਇਹ ਬਣਿਆ ਸੀ 1833 ਦੇ ਵਿੱਚ। ਓਲਡੈਸਟ ਡਿਸਟ੍ਰਿਕਟ ਹੈ ਬ੍ਰਿਟਿਸ਼ ਅੰਪਾਇਰ ਦੇ ਟਾਈਮ 'ਤੇ। ਬ੍ਰਿਟਿਸ਼ ਅੰਪਾਇਰ ਦੇ ਟਾਈਮ 'ਤੇ ਡਿਸਟ੍ਰਿਕਟ ਹੁੰਦਾ ਸੀਗਾ। ਸਭ ਤੋਂ ਇੰਪੋਰਟੈਂਸ ਬ੍ਰਿਟਿਸ਼ ਵਾਸਤੇ ਬੜਾ ਇੰਪੋਰਟੈਂਟ ਸੀ ਕਿਉਂਕਿ ਉਹਨਾਂ ਨੇ ਅਫਗਾਨਿਸਤਾਨ ਨੂੰ ਕੰਟਰੋਲ ਕਰਨਾ ਸੀ ਵਾਇਆ ਪਾਕਿਸਤਾਨ ਦੇ ਥਰੂ। ਤਾਂ ਦੈਨ ਉਸ ਟਾਈਮ ਦੇ ਵਿੱਚ ਇਹ ਜਿਹੜਾ ਇੱਕ ਪੁਆਇੰਟ ਹੁੰਦਾ ਸੀਗਾ ਫਿਰੋਜ਼ਪੁਰ, ਬਹੁਤ ਇੰਪੋਰਟੈਂਟ ਪੁਆਇੰਟ ਸੀਗਾ, ਸਤਲੁਜ ਦੇ ਕੰਢੇ 'ਤੇ ਸੀਗਾ। ਠੀਕ ਹੈ ਜੀ, ਅਤੇ ਇਹਦੇ ਨਜ਼ਦੀਕੀ ਨੇਬਰਿੰਗ ਡਿਸਟ੍ਰਿਕਟ ਕਿਹੜੇ ਕਿਹੜੇ ਨੇ? ਫਾਜ਼ਿਲਕਾ, ਤੁਹਾਨੂੰ ਪਤਾ ਹੈ ਫਿਰੋਜ਼ਪੁਰ ਤੋਂ ਅਲੱਗ ਹੋ ਕੇ ਸਾਡਾ 22ਵਾਂ ਡਿਸਟ੍ਰਿਕਟ ਬਣਿਆ ਸੀਗਾ ਕਿਹੜਾ? ਫਾਜ਼ਿਲਕਾ। ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਕਪੂਰਥਲਾ ਅਤੇ ਤਰਨ ਤਾਰਨ ਇਹਦੇ ਨਾਲ ਟੱਚ ਹੁੰਦੇ ਆ। ਠੀਕ ਹੈ ਜੀ, ਇਹ ਤੁਸੀਂ ਵੇਖ ਲੈਣੇ ਆ ਮੈਪ ਦੇ ਵਿੱਚ। ਤਾਂ ਫਿਰੋਜ਼ਪੁਰ ਜਿਹੜਾ ਡਿਸਟ੍ਰਿਕਟ ਹੈ ਇਹਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਆਉਂਦੇ ਆ? ਇੱਕ ਹੁੰਦਾ ਜੀਰਾ, ਫਿਰੋਜ਼ਪੁਰ ਸਿਟੀ ਅਤੇ ਗੁਰੂ ਹਰਸਾਏ ਅਤੇ ਠੀਕ ਹੈ ਜੀ, ਪਹਿਲਾਂ ਫਾਜ਼ਿਲਕਾ ਹੁੰਦਾ ਸੀ, ਹੁਣ ਉਹ ਅਲੱਗ ਹੋ ਚੁੱਕਿਆ। ਤਾਂ ਗੱਲ ਕਰਦੇ ਹਾਂ ਜਿਹੜਾ ਫਿਰੋਜ਼ਪੁਰ ਜਿਹੜਾ ਡਿਸਟ੍ਰਿਕਟ ਹੈ ਇਸ ਨੂੰ ਫਾਊਂਡ ਕਿਹਨੇ ਕੀਤਾ ਸੀਗਾ? ਤੁਹਾਨੂੰ ਪਤਾ ਹੋਵੇਗਾ ਅਗਰ ਤੁਸੀਂ ਮੈਡਾਈਵਲ ਇੰਡੀਆ ਦੀ ਹਿਸਟਰੀ ਪੜ੍ਹੀ ਹੋਵੇ, ਮੈਡਾਈਵਲ ਦੇ ਬਾਰੇ ਪੜ੍ਹਿਆ ਹੋਵੇਗਾ, ਉਹਦੇ ਵਿੱਚ ਦਿੱਲੀ ਸਲਤਨਤ ਚੱਲੀ ਸੀ। ਦਿੱਲੀ ਸਲਤਨਤ ਦੇ ਵਿੱਚ 5 ਵੰਸ਼ ਚੱਲੇ ਸੀ। ਪਹਿਲਾ ਸੀ ਗੁਲਾਮ ਵੰਸ਼। ਗੁਲਾਮ ਤੋਂ ਬਾਅਦ ਕੌਣ ਆਏ ਸੀ? ਖਿਲਜੀ ਆਏ ਸੀਗੇ। ਖਿਲਜੀ ਤੋਂ ਬਾਅਦ ਕੌਣ ਆਏ ਸੀਗੇ? ਤੁਗਲਕ। ਤੁਗਲਕ ਤੋਂ ਬਾਅਦ ਸੱਯਦ। ਸੱਯਦ ਤੋਂ ਬਾਅਦ ਕੌਣ ਆਏ ਸੀਗੇ ਜੀ? ਲੋਧੀ। ਤਾਂ ਯਾਦ ਹੋਵੇਗਾ ਜੀ ਤੁਹਾਨੂੰ। ਅਤੇ ਇਹਦੇ ਵਿੱਚ ਤੁਗਲਕ ਵੰਸ਼ ਦੇ ਵਿੱਚ ਇੱਕ ਰਾਜਾ ਹੁੰਦਾ ਸੀਗਾ ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਸ਼ਾਹ ਤੁਗਲਕ ਨੇ ਦਿੱਲੀ ਦੇ ਤਖ਼ਤ 'ਤੇ ਬੈਠ ਕੇ ਕਾफ़ੀ ਜਿਹੜੀ ਸਿਟੀਜ਼ ਨੇ ਡਿਵੈਲਪ ਕੀਤੀਆਂ ਸੀ। ਕਾफ़ੀ ਸਿਟੀਆਂ ਇਹ ਕਹਿੰਦੇ ਬਣਾਈਆਂ ਸੀ ਇਹਨੇ। 300 ਦੇ ਪਲੱਸ ਨਜ਼ਦੀਕ ਇਹਨੇ ਸ਼ਹਿਰ ਬਣਾਏ ਸੀਗੇ। ਜਿਵੇਂ ਫਤਿਆਬਾਦ ਜਿਹੜਾ ਇਹ ਹਰਿਆਣੇ ਦੇ ਵਿੱਚ ਉਹ ਜਿਹੜਾ ਇਹਦੇ ਨਾਮ 'ਤੇ ਹੈ, ਫਿਰੋਜ਼ ਸ਼ਾਹ ਦੇ ਨਾਮ 'ਤੇ ਹੈ। ਫਿਰੋਜ਼ ਸ਼ਾਹ ਜਿਹੜਾ ਫਿਰੋਜ਼ਪੁਰ ਹੈ ਇਹ ਵੀ ਇਹਦੇ ਕਾफ़ੀ ਸਿਟੀਆਂ ਆਪਾਂ ਕਹਿ ਸਕਦੇ ਹਾਂ ਮੈਡਾਈਵਲ ਇੰਡੀਆ ਦੇ ਵਿੱਚ। ਆਪਾਂ ਉਹਦੇ ਬਾਰੇ ਜਦੋਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਨਾ ਤਾਂ ਉਹਦੇ ਬਾਰੇ ਤੁਹਾਨੂੰ ਉੱਥੇ ਦੱਸੂਗਾ ਮੈਂ। ਤਾਂ ਤੁਸੀਂ ਯਾਦ ਰੱਖਣਾ ਕਿ ਦਿੱਲੀ ਦੇ ਤਖ਼ਤ ਦੇ ਉੱਪਰ ਬੈਠਾ ਰਾਜਾ ਸੀਗਾ ਫਿਰੋਜ਼ ਸ਼ਾਹ ਤੁਗਲਕ। ਉਹਦੇ ਟਾਈਮ ਦਾ ਇਹ ਜਿਹੜਾ ਸਿਟੀ ਫਾਊਂਡ ਕੀਤਾ ਹੋਇਆ। ਉਸ ਤੋਂ ਬਾਅਦ ਅੱਜ ਤੋਂ ਕਹਿ ਸਕਦੇ ਹੋ ਕਿ ਤੁਸੀਂ 800-900 ਸਾਲ ਹੋ ਗਏ ਇਸ ਸ਼ਹਿਰ ਨੂੰ ਬਣੇ। ਤਾਂ ਇਸ ਨੂੰ ਸ਼ਹੀਦਾਂ ਦੀ ਧਰਤੀ ਵੀ ਕਹਿ ਦਿੰਦੇ ਹਾਂ। ਕਿਉਂ? 31 ਮਾਰਚ 1930 ਦੇ ਵਿੱਚ ਆਪਣੇ 3 ਜਿਹੜੇ ਫਰੀਡਮ ਫਾਈਟਰ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਇੱਕ ਪਰਸਨ ਰਾਜਗੁਰੂ ਅਤੇ ਇੱਕ ਪਰਸਨ ਕਿਹੜੇ ਸੀਗੇ ਦਾ ਤਾਂ ਉਹ ਮੈਨੂੰ ਯਾਦ ਨਹੀਂ ਆ ਰਿਹਾ। ਤਾਂ ਉਹ 3 ਜਿਹੜੇ ਪਰਸਨ ਸੀਗੇ ਬ੍ਰਿਟਿਸ਼ ਗੌਰਮੈਂਟ ਨੇ ਉਹਨਾਂ ਨੂੰ ਫਾਂਸੀ ਦਿੱਤੀ ਸੀ, ਜਿਸ ਦੇ ਕਾਰਨ ਉਹਨਾਂ ਨੂੰ ਸ਼ਹੀਦ ਕਰਤਾ ਸੀਗਾ। ਅਤੇ ਉਹਨਾਂ ਦੀਆਂ ਕਹਿੰਦੇ ਜੀ ਡਰ ਦੇ ਮਾਰੇ ਉਹਨਾਂ ਨੇ ਸੰਸਕਾਰ ਕਹਿੰਦਾ ਜੀ ਨਦੀ ਦੇ ਉੱਪਰ ਕਰਤਾ ਸੀਗਾ ਫਿਰੋਜ਼ਪੁਰ ਸਿਟੀ ਦੇ ਵਿੱਚ। ਤਾਂ ਕਹਿੰਦੇ ਜੀ ਬਹੁਤ ਅੰਗਰੇਜ਼ਾਂ ਨੇ ਬਹੁਤ ਮਾੜੀ ਕੀਤੀ ਸੀ। ਤਾਂ ਕਰਕੇ ਇਹ ਜਿਹੜੀ ਧਰਤੀ ਹੈ ਇਸ ਨੂੰ ਆਪਾਂ ਸ਼ਹੀਦਾਂ ਦੀ ਧਰਤੀ ਕਹਿ ਦਿੰਦੇ ਹਾਂ ਸਰ। ਫਿਰ ਪੰਜਾਬ ਗੌਰਮੈਂਟ ਨੇ ਉੱਥੇ ਮੈਮੋਰੀਅਲ ਬਣਾਏ ਹੋਏ ਹੈ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਉਸੇ ਥਾਂ ਦੇ ਉੱਪਰ ਭਗਤ ਸਿੰਘ ਹੋਣਾ ਦੇ 3 ਦੇ। ਠੀਕ ਹੈ ਜੀ, ਅਤੇ ਇਹ ਤੁਸੀਂ ਯਾਦ ਰੱਖਣਾ। ਅਤੇ ਜੀਰਾ ਸਿਟੀ ਜਿਹੜੀ ਹੈ ਅਤੇ ਮੈਨੂੰ ਜਿਹੜੇ 3 ਭਗਤ ਸਿੰਘ ਦੇ ਨਾਲ ਪਰਸਨ ਸੀਗੇ ਉਹਨਾਂ ਦੇ ਤੁਸੀਂ ਨਾਮ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਠੀਕ ਹੈ ਜੀ, ਜੀਰਾ ਸਿਟੀ ਦੇ ਵਿੱਚ ਜਿਹੜਾ ਜੀਰਾ ਸਿਟੀ ਜਿਹੜੀ ਹੈ ਇਹ ਫੇਮਸ ਕਿਉਂ ਹੈ? ਕਿਉਂਕਿ ਇੱਥੇ ਜੀ 105 ਫਿਟ ਦਾ ਪਾਰਸ਼ਵਨਾਥ ਦਾ ਟੈਂਪਲ ਹੈ ਜਿਹੜਾ ਕਿ 1890 ਦੇ ਵਿੱਚ ਬਣਿਆ ਸੀਗਾ। ਜੈਨਿਜ਼ਮ ਪਾਰਸ਼ਵਨਾਥ ਕੌਣ ਸੀਗੇ ਜੀ? ਇਹ ਤੁਹਾਨੂੰ ਪਤਾ ਜੀ ਜੈਨਿਜ਼ਮ ਜਿਹੜਾ ਸੀਗਾ, ਜੈਨਿਜ਼ਮ ਹੋਇਆ ਸੀਗਾ, ਧਰਮ ਬਣਿਆ। ਜੈਨਿਜ਼ਮ ਦੇ ਵਿੱਚ ਜੈਨ ਧਰਮ ਦੇ ਵਿੱਚ ਹੋਏ ਨੇ ਜਿਵੇਂ ਸਿੱਖਾਂ ਦੇ ਵਿੱਚ 10 ਗੁਰੂ ਹੋਏ ਨੇ, ਇਹਨਾਂ ਦੇ 24 ਤੀਰਥੰਕਰ ਹੋਏ ਨੇ। ਤੀਰਥੰਕਰ ਠੀਕ ਹੈ ਜੀ, ਤੀਰਥੰਕਰ ਹੋਏ ਸੀਗੇ। ਉਹਦੇ ਵਿੱਚੋਂ ਇੱਕ ਸੀਗੇ ਪਾਰਸ਼ਵਨਾਥ। ਪਾਰਸ਼ਵਨਾਥ ਹੈਗੇ ਸੀਗੇ 23ਵੇਂ। ਠੀਕ ਹੈ ਜੀ, ਮਹਾਵੀਰ 24ਵੇਂ ਸੀਗੇ, ਰਿਸ਼ਵਨਾਥ ਸੀਗੇ ਪਹਿਲੇ। ਇਹ ਤੁਸੀਂ ਯਾਦ ਰੱਖਣਾ ਜੈਨਿਜ਼ਮ ਦੇ ਬਾਰੇ। ਅਤੇ ਇੱਕ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਗੰਧਰਵ
ਗੰਧਰਵ ਇੱਕ ਇਹ ਟਰਮ ਹੈ ਨਾ ਜੀ, ਇਹ ਹੁੰਦਾ ਸੀਗਾ ਕਿ ਜਿਵੇਂ ਤੁਸੀਂ ਵੇਖਿਆ ਹੋਵੇਗਾ ਸਿੱਖੀਜ਼ਮ ਨੂੰ ਫੈਲਾਉਣ ਵਾਸਤੇ ਮੰਜੀ ਸਿਸਟਮ ਚੱਲਿਆ ਸੀਗਾ, ਮੰਜੀ 'ਤੇ ਬੈਠ ਕੇ ਪ੍ਰਚਾਰ ਕਰਦੇ ਸੀਗੇ। ਸੇਮ ਸਿੱਖ ਜਿਹੜਾ ਜੈਨਿਜ਼ਮ ਸੀਗਾ ਇਹ ਵੀ ਫਰਦਰ ਡਿਵਾਈਡ ਹੋ ਗਿਆ ਸੀ ਇੱਦਾਂ। ਗੰਧਰਵ ਤਾਂ ਟਰਮ ਪੁੱਛ ਲੈਂਦੇ ਵੀ ਗੰਧਰਵ ਵਰਡ ਜਿਹੜਾ ਹੈ ਉਹ ਕਿਹੜੇ ਧਰਮ ਤੋਂ ਰਿਲੇਟਡ ਹੈ। ਇਹ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ, ਠੀਕ ਹੈ ਜੀ, ਯਾਦ ਰੱਖਣਾ ਇਹ ਜੈਨਿਜ਼ਮ ਤੋਂ ਰਿਲੇਟਡ ਹੈ। ਅਤੇ 11 ਗੰਧਰਵ ਦੇ ਵਿੱਚ ਡਿਵਾਈਡ ਹੋ ਗਿਆ ਸੀ ਜੈਨਿਜ਼ਮ ਫਾਈਨਲੀ ਮਹਾਵੀਰ ਸਵਾਮੀ ਦੀ ਡੈਥ ਤੋਂ ਬਾਅਦ। ਗੱਲ ਕਰਦੇ ਹਾਂ ਨੈਕਸਟ ਆਪਾਂ ਗੁਰੂ ਹਰਸਹਾਏ। ਗੁਰੂ ਹਰਸਹਾਏ ਜਿਹੜਾ ਹੈ ਉਹਦੇ ਵਿੱਚ 2 ਟੈਂਪਲ ਨੇ, ਮਾਤਾ ਜੈਜੋਲ ਅਤੇ ਮਾਤਾ ਹੰਸੇ ਵਾਲੀ ਦਾ ਫੇਰ ਇੱਥੇ ਲੱਗਦਾ ਹੈ। 2 ਮਾਤਾ ਦੇ ਇੱਥੇ ਟੈਂਪਲ ਨੇ ਜਿਸ ਕਰਕੇ ਇਹ ਸਿਟੀ ਫੇਮਸ ਹੈ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਫਿਰੋਜ਼ਪੁਰ ਦੀ ਸਿਟੀ ਜਿਹੜੀ ਹੈ 2 ਗੱਲਾਂ ਪਿੱਛੇ ਹੋਰ ਵੀ ਫੇਮਸ ਹੈ। ਐਂਗਲੋ ਸਿੱਖ ਵਾਰ ਮੈਮੋਰੀਅਲ, ਤੁਹਾਨੂੰ ਪਤਾ ਹੋਵੇਗਾ ਜੀ ਮਹਾਰਾਜਾ ਰਣਜੀਤ ਸਿੰਘ ਦੀ 1839 ਦੇ ਵਿੱਚ ਹੋ ਗਈ ਸੀ ਡੈਥ ਪੈਰਾਲਾਈਸਿਸ ਤੋਂ, ਅਤੇ ਫਾਈਨਲੀ ਉਹਨਾਂ ਤੋਂ ਬਾਅਦ ਉਹਨਾਂ ਦੇ ਸਕਸੈਸਰ ਜਿਹੜੇ ਉਹਨਾਂ ਦੇ ਬੇਟੇ ਬੈਠੇ ਸੀ, ਅਤੇ ਫਾਈਨਲ ਰਾਜਾ ਸਾਡੇ ਹੈਗੇ ਸੀ ਪੰਜਾਬ ਦੇ, ਉਹ ਹੈਗੇ ਸੀ ਜੀ 1849-56 ਦੇ ਟਾਈਮ 'ਤੇ ਜਦੋਂ ਐਂਗਲੋ ਸਿੱਖ ਵਾਰ ਹੋਈਆਂ ਨੇ। ਉਸ ਟਾਈਮ 'ਤੇ ਮਹਾਰਾਜਾ ਦਲੀਪ ਸਿੰਘ ਸਭ ਤੋਂ ਛੋਟੇ ਬੇਟੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ, ਅਤੇ ਉਸ ਟਾਈਮ ਦੇ ਵਿੱਚ ਪਹਿਲੀ ਜਿਹੜੀ ਸਾਡੀ ਐਂਗਲੋ ਸਿੱਖ ਵਾਰ ਫਸਟ ਹੋਈ ਸੀ, ਐਂਗਲੋ ਸਿੱਖ ਵਾਰ ਇਹ ਹੋਈ ਸੀ 1845 ਤੋਂ ਲੈ ਕੇ 46 ਦੇ ਵਿੱਚ, ਅਤੇ ਸੈਕਿੰਡ ਹੋਈ ਸੀ 48 ਤੋਂ 49 ਦੇ ਵਿੱਚ, ਠੀਕ ਹੈ ਜੀ। ਤਾਂ ਉਸ ਟਾਈਮ ਦੇ ਵਿੱਚ ਫਾਈਨਲੀ 1849 ਨੂੰ ਲਾਰਡ ਡਲਹੌਜੀ ਨੇ ਪੰਜਾਬ ਨੂੰ ਅਨੈਕਸ ਕਰ ਲਿਆ ਸੀ, ਅਤੇ ਮਹਾਰਾਜਾ ਜੀ ਜਿਹੜੇ ਦਲੀਪ ਸੀਗੇ ਉਹਨਾਂ ਨੂੰ ਕਹਿੰਦੇ ਆ ਜੀ ਇੰਗਲੈਂਡ ਦੇ ਵਿੱਚ ਪੈਨਸ਼ਨ ਦੇ ਉੱਪਰ ਭੇਜ ਦਿੱਤਾ ਸੀਗਾ, ਅਤੇ ਫਾਈਨਲੀ ਫਿਰ ਉਹਨਾਂ ਨੂੰ ਉਹਨਾਂ ਦੇ ਨਾਮ ਦੇ ਉੱਪਰ ਬਲੈਕ ਪ੍ਰਿੰਸ ਨਾਮ ਦੀ ਇੱਕ ਫਿਲਮ ਹੈ ਜਿਹੜੀ ਕਿ ਸਤਿੰਦਰ ਸਰਤਾਜ ਜੀ ਦੇ ਦੁਆਰਾ ਇਹਨੂੰ ਬਣਾਇਆ ਗਿਆ। ਤਾਂ ਬਹੁਤ ਅੱਛੀ ਮੂਵੀ ਹੈ, ਉਸ ਨੂੰ ਵੀ ਤੁਸੀਂ ਵੇਖ ਸਕਦੇ ਹੋ। ਉਹਨਾਂ ਨਾਲ ਕਿੱਦਾਂ ਉੱਥੇ ਜ਼ਿਆਦਤੀਆਂ ਹੋਈਆਂ ਨੇ, ਠੀਕ ਹੈ ਜੀ, ਉਹ ਵੀ ਤੁਸੀਂ ਉਹ ਵੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਇੱਕ ਸਾਰਾਗੜੀ ਦੀ ਗੁਰਦੁਆਰਾ ਵੀ ਹੈ ਇੱਥੇ ਜੀ। ਸਾਰਾਗੜੀ ਕੀ ਹੁੰਦਾ ਸੀਗਾ ਜੀ? ਸਾਰਾਗੜੀ ਦੀ ਇੱਕ ਮੂਵੀ ਤੁਸੀਂ ਵੇਖੀ ਹੋਵੇਗੀ। ਰੀਜ਼ਨ ਕੀ ਸੀਗਾ ਜੀ? ਅੰਗਰੇਜ਼ਾਂ ਨੇ ਨਾ ਜਦੋਂ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਯੁੱਧ ਕੀਤੇ ਸੀ ਨਾ, ਇਹਨਾਂ ਨੂੰ 2 ਕੌਮਾਂ ਹੀ ਲੱਭੀਆਂ ਸੀ ਜਿਨ੍ਹਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਤਾਕਤ ਹੈ, ਲੜਨ ਦੇ ਵਿੱਚ ਮਾਹਿਰ ਨੇ, ਜਿਹੜੇ ਨਹੀਂ ਡਰਦੇ ਕਿਸੇ ਵੀ ਕੌਮ ਤੋਂ। ਉਹ ਸੀਗੇ ਜੀ ਇੱਕ ਤਾਂ ਸਿੱਖ, ਇੱਕ ਜਦੋਂ ਇਹਨਾਂ ਨੇ ਨੇਪਾਲ ਦੇ ਨਾਲ ਵਾਰ ਕੀਤੀ ਸੀ, ਨੇਪਾਲ ਦੇ ਨਾਲ, ਅਤੇ ਗੁਰਖੇ। ਇਹਨਾਂ ਦੀ ਸਿੱਖ ਰੈਜੀਮੈਂਟ ਬਣ ਗਈ ਸੀ ਇੱਕ ਨੇਪਾਲ ਰੈਜੀਮੈਂਟ ਦੀ ਗੋਰਖਾ ਜਿਹੜੀ ਰੈਜੀਮੈਂਟ ਵੀ ਬਣਾਈ ਸੀ ਆਪਣੀ ਆਰਮੀ ਦੇ ਵਿੱਚ, ਕਿਉਂਕਿ ਇਹ ਬਹਾਦਰ ਕੌਮਾਂ ਨੇ। ਤਾਂ ਇਹਨਾਂ ਨੂੰ ਲੜਨ ਵਾਸਤੇ ਕਹਿੰਦੇ ਜੀ 21 ਸਿੱਖ ਰਹਿ ਗਏ ਸੀ ਅਫਗਾਨਿਸਤਾਨ ਦੇ ਬਾਰਡਰ ਦੇ ਉੱਪਰ। ਤਾਂ ਉਸ ਟਾਈਮ ਦੇ ਵਿੱਚ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ, ਅਤੇ ਉਹ ਸਾਰੇ ਅਫਗਾਨ ਦੇ ਉੱਪਰ, ਕਿਉਂਕਿ ਅਫਗਾਨ ਜਿਹੜੀ ਕੌਮ ਹੈ ਇਹ ਵੀ ਬੜੀ ਬਹਾਦਰ ਕੌਮ ਹੈ। ਪਠਾਨ ਨੇ, ਇਹਨਾਂ ਦੇ 2 ਹੀ ਕੰਮ ਨੇ, ਤਲਵਾਰ ਚਲਾਉਣਾ ਜਾਂ ਸਿਰਫ ਫੀਮ ਖਾਣਾ, ਕਿਉਂਕਿ ਇਹ ਜਿਹੜੀ ਧਰਤੀ ਹੈ ਅੱਜ ਤੱਕ ਕਿਸੇ ਵੀ ਦੇਸ਼ ਤੋਂ ਕੰਟਰੋਲ ਨਹੀਂ ਹੋਈ। ਇਹਦੇ ਉੱਪਰ ਰਸ਼ੀਆ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, USA ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਫਗਾਨਿਸਤਾਨ ਦੀ ਧਰਤੀ ਅੱਜ ਐਸੀ ਧਰਤੀ ਹੈ ਜਿਹੜੀ ਪਠਾਨਾਂ ਦੇ ਦੁਆਰਾ ਕਿਸੇ ਦੇ ਅੰਡਰ ਕੰਟਰੋਲ ਨਹੀਂ ਹੈ ਉਹੀ ਅੱਜ ਤੱਕ, ਜਿੰਨਾ ਵੀ ਤੁਸੀਂ ਇਤਿਹਾਸ ਪੜ੍ਹ ਲਓਗੇ ਨਾ, ਕਿਉਂਕਿ ਇਹ ਪਠਾਨਾਂ ਦੀ ਧਰਤੀ ਹੈ, ਲੜਾਕੂ ਕੌਮ ਹੈ, ਸਿਰਫ 2 ਹੀ ਕੰਮ ਆਉਂਦੇ ਨੇ ਇਹਨਾਂ ਨੂੰ। ਅਤੇ ਇਹ ਸਿਲਕ ਰੂਟ ਦੇ ਉੱਪਰ ਹੈ, ਇਹ ਜਿਹੜੀ ਸਿਟੀ ਹੈ ਅਫਗਾਨਿਸਤਾਨ ਜਿਹੜਾ ਦੇਸ਼ ਹੈ ਇਹ ਸਿਲਕ ਰੂਟ ਦੇ ਉੱਪਰ ਹੈ, ਪੂਰੇ ਵੈਸਟਰਨ ਏਸ਼ੀਆ ਈਸਟਰਨ ਏਸ਼ੀਆ ਆਪਸ ਦੇ ਵਿੱਚ ਜਿੱਥੇ ਮਿਲਦਾ ਹੈ। ਤਾਂ ਕਰਕੇ ਇੱਥੇ ਅੰਗਰੇਜ਼ਾਂ ਨੂੰ ਡਰ ਸੀਗਾ ਕਿ ਰਸ਼ੀਆ ਇੰਡੀਆ 'ਤੇ ਉੱਪਰ ਹਮਲਾ ਨਾ ਕਰਦੇ, ਤਾਂ ਇੱਥੇ ਕੀ ਬਣਾਏ ਸੀ, ਕੁਆਟਰ ਕਿਲੇ ਬਣਾਏ ਹੋਏ ਸੀ। ਅਫਗਾਨਿਸਤਾਨ ਦੇ ਰੂਲਰ ਇੱਥੇ ਹੁੰਦੇ ਸੀ, ਅਫਗਾਨਿਸਤਾਨ ਤੋਂ ਵੀ ਡਰ ਲੱਗਦਾ ਸੀ, ਅਤੇ ਉਸ ਕਰਕੇ ਸਿੱਖਾਂ ਨੇ ਇੱਥੇ ਯੁੱਧ ਕੀਤਾ ਸੀ, ਜਿਹਨੂੰ ਆਪਾਂ ਸਾਰਾਗੜੀ ਦੀ ਲੜਾਈ ਦੇ ਨਾਲ ਜਾਣਦੇ ਹਾਂ। ਮੂਵੀ ਵੇਖ ਲਿਆ ਜੇ ਇੱਕ ਵਾਰੀ, ਤੁਹਾਨੂੰ ਜੇ ਨਾ ਸਮਝ ਆਵੇ ਤਾਂ ਜ਼ਰੂਰ ਵੇਖਿਆ ਜੇ ਇਸ ਮੂਵੀ ਦੇ ਬਾਰੇ। ਬਰਕੀ ਮੈਮੋਰੀਅਲ ਜਿਹੜੇ ਸਾਡੇ ਪਰਸਨ ਸ਼ਹੀਦ ਹੋਏ ਸੀ ਜੰਗਾਂ ਦੇ ਵਿੱਚ, 62 ਦੀ ਲੜਾਈ 65 ਦੀ ਲੜਾਈ ਤੁਹਾਨੂੰ ਪਤਾ ਹੈ ਚਾਈਨਾ ਦੇ ਨਾਲ ਹੋਈ ਹੈ, ਉਹਦਾ ਵਾਸਤੇ ਬਰਕੀ ਮੈਮੋਰੀਅਲ ਬਣਾਇਆ ਗਿਆ। ਨੈਸ਼ਨਲ ਮੈਮੋਰੀਅਲ ਹੁਸੈਨੀ ਵਾਲਾ ਸਾਡਾ ਬਾਰਡਰ ਹੈ। ਪੁੱਛ ਲੈਂਦੇ ਹੁਸੈਨੀ ਵਾਲਾ ਬਾਰਡਰ ਕਿੱਥੇ ਹੈ? ਇੱਕ ਬਾਰਡਰ ਤੁਹਾਨੂੰ ਪੁੱਛਿਆ ਜਾ ਸਕਦਾ ਅਟਾਰੀ ਵਾਹਗਾ ਬਾਰਡਰ, ਇਹ ਅੰਮ੍ਰਿਤਸਰ ਦੇ ਵਿੱਚ ਆਪਾਂ ਜਦੋਂ ਪੜ੍ਹਾਂਗੇ ਉੱਥੇ, ਜਿਹਦੇ ਵਿੱਚ ਕਹਿੰਦੇ ਨਾ ਉਹ ਪਰੇਡ ਹੁੰਦੀ ਹੈ। ਅਤੇ ਇੱਕ ਹੁਸੈਨੀ ਵਾਲਾ ਬਾਰਡਰ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਜਾਂਦਾ ਹੈ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਸ਼ਹੀਦ ਭਗਤ ਸਿੰਘ ਇੱਥੇ ਇੰਜੀਨੀਅਰਿੰਗ ਕਾਲਜ ਹੈ ਜਿਹੜਾ BTech ਵਾਸਤੇ ਗੌਰਮੈਂਟ ਕਾਲਜ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ ਫਿਰੋਜ਼ਪੁਰ ਦੇ ਵਿੱਚ। ਤਾਂ ਆਈ ਹੋਪ ਕਿ ਤੁਹਾਨੂੰ ਫਿਰੋਜ਼ਪੁਰ ਦੇ ਬਾਰੇ ਕਾਫੀ ਚੀਜ਼ਾਂ ਮੈਂ ਦੱਸਦੀਆਂ ਨੇ। ਅਤੇ ਆਹ ਫਾਜ਼ਿਲਕਾ ਡਿਸਟ੍ਰਿਕਟ ਸੀਗਾ, ਆਹ ਫਿਰੋਜ਼ਪੁਰ ਡਿਸਟ੍ਰਿਕਟ ਸੀਗਾ। ਫਿਰੋਜ਼ਪੁਰ ਤੋਂ ਹੀ ਅਲੱਗ ਹੋ ਕੇ ਸਾਡਾ 22ਵਾਂ ਡਿਸਟ੍ਰਿਕਟ ਬਣਿਆ ਸੀਗਾ ਫਾਜ਼ਿਲਕਾ, ਠੀਕ ਹੈ ਜੀ। ਅਤੇ ਆਪਾਂ ਗੱਲ ਕਰਦੇ ਹਾਂ ਮੁਕਤਸਰ ਸਾਹਿਬ ਦੀ, ਮੁਕਤਸਰ ਸਾਹਿਬ, ਠੀਕ ਹੈ ਜੀ। ਅਤੇ ਫਾਜ਼ਿਲਕਾ ਦੇ ਬਾਰੇ ਆਪਾਂ ਗੱਲ ਨਹੀਂ ਕੀਤੀ, ਤਾਂ ਫਾਜ਼ਿਲਕਾ ਦੇ ਬਾਰੇ ਗੱਲ ਕਰ ਲੈਂਦੇ, ਕੋਈ ਗੱਲ ਨਹੀਂ। ਅਤੇ ਫਾਜ਼ਿਲਕਾ ਦੇ ਬਾਰੇ ਦੇਖੋ ਜੀ, ਸਾਡੇ ਪੰਜਾਬ ਦਾ ਸਭ ਤੋਂ ਲਾਸਟ ਜਿਹੜਾ ਸੀਗਾ 22ਵਾਂ ਡਿਸਟ੍ਰਿਕਟ
ਮਲੇਰਕੋਟਲਾ ਬਣਨ ਤੋਂ ਪਹਿਲਾਂ 22ਵਾਂ ਸਾਡਾ ਜਿਹੜਾ ਡਿਸਟ੍ਰਿਕਟ ਸੀਗਾ ਜਿਹੜਾ ਹੈਗਾ ਉਹ ਫਾਜ਼ਿਲਕਾ ਡਿਸਟ੍ਰਿਕਟ ਹੈ। ਇਹ ਬਣਿਆ ਸੀ 27 ਜੁਲਾਈ 2011। ਸਪੈਸ਼ਲ ਤਰੀਕ ਯਾਦ ਰੱਖਿਆ ਜੇ, ਇੱਕ ਪੰਜਾਬ ਦੇ ਨਾ ਫੈਕਟ ਹੁਣ ਇੱਕ ਦੇਖਣ ਨੂੰ ਮਿਲਿਆ ਪੇਪਰਾਂ ਦੇ ਵਿੱਚ, ਹੁਣ ਤਰੀਕ ਪੁੱਛਣ ਲੱਗੇ ਆ ਵੀ ਕਿਹੜੀ ਤਰੀਕ ਹੁੰਦੀ ਸੀ ਫਿਕਸ। ਤੇ ਇਹਦੇ ਨਾਲ ਕਿਹੜਾ ਡਿਸਟ੍ਰਿਕਟ ਟੱਚ ਕਰਦਾ ਸਾਡਾ ਜੀ, ਨੇਬਰਿੰਗ ਡਿਸਟ੍ਰਿਕਟ ਜਿਹਨੂੰ ਕਹਿੰਦੇ ਫਿਰੋਜ਼ਪੁਰ, ਕਿਉਂਕਿ ਫਿਰੋਜ਼ਪੁਰ ਦੇ ਨਾਲ ਤਾਂ ਅਲੱਗ ਹੋਇਆ, ਤੇ ਮੁਕਤਸਰ ਸਾਹਿਬ ਵੀ ਟੱਚ ਕਰਦਾ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਹੁਣ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਜਲਾਲਾਬਾਦ, ਫਾਜ਼ਿਲਕਾ ਤੇ ਅਬੋਹਰ, ਇਹ 3 ਸ਼ਹਿਰ ਜਿਹੜੇ ਪੈਂਦੇ ਨੇ, ਇਹ ਤੁਸੀਂ ਯਾਦ ਰੱਖਣਾ। ਹੁਣ ਆਪਾਂ ਗੱਲ ਕਰਦੇ ਹਾਂ ਫਾਊਂਡਰ ਆਫ ਬ੍ਰਿਟਿਸ਼ ਟਾਈਮ ਦੇ ਵਿੱਚ, ਕਿਉਂਕਿ ਫਿਰੋਜ਼ਪੁਰ ਤੋਂ ਅਲੱਗ ਹੋਇਆ ਤੇ ਕਾਫੀ ਪੁਰਾਣਾ ਸੀਗਾ। ਤੇ ਫਾਜ਼ਿਲਕਾ ਜਿਹੜਾ ਹੈ ਇਹ ਵੈਨ ਐਗਨਿਊ ਜਿਹੜਾ ਪਰਸਨ ਸੀਗਾ, ਸੌਰੀ ਪ੍ਰੋਨਾਊਂਸੀਏਸ਼ਨ ਦੇ ਵਿੱਚ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਪ੍ਰੋਨਾਊਂਸ ਕਰ ਲਓ। ਤੇ ਜਿਹੜੇ ਵੈਨ ਐਗਨਿਊ ਸੀਗੇ, ਇਹਨਾਂ ਨੇ ਇੱਥੇ ਨਾ ਬੰਗਲਾ ਬਣਵਾਇਆ ਸੀਗਾ। ਇਹ ਇੱਥੇ ਪੋਲੀਟੀਕਲ ਕੋਈ ਪਰਸਨ ਸੀਗਾ, ਐਗਜ਼ੀਕਿਊਟਿਵ ਆਫਿਸਰ ਸੀਗਾ, ਇਹਨੇ ਫਾਜ਼ਿਲਕਾ ਨਾਮ ਦੀ ਥਾਂ ਦੇ ਉੱਪਰ। ਤੇ ਇੱਥੇ ਜਿਹੜਾ ਮੀਆਂ ਫੈਜ਼ਲ ਵੱਤੂ ਹੈ, ਉੱਥੋਂ ਜ਼ਮੀਨ ਜਿਹੜਾ ਕਿ ਲੈ ਕੇ ਇੱਥੇ ਇੱਕ ਮਤਲਬ ਬੰਗਲਾ ਬਣਵਾਇਆ ਸੀਗਾ। ਤੇ ਇਹਨੂੰ ਪੁਰਾਣੇ ਟਾਈਮ ਦੇ ਵਿੱਚ ਨਾ ਬੰਗਲੋ ਵੀ ਕਹਿੰਦੇ ਸੀਗੇ, ਬੰਗਲੋ। ਠੀਕ ਹੈ ਜੀ, ਬੰਗਲੋ ਵੀ ਕਹਿੰਦੇ ਸੀਗੇ। ਤੇ ਇਸੇ ਦੇ ਨਾਲ ਹੀ ਅਬੋਹਰ ਸਿਟੀ ਹੈ, ਜਿਹਨੂੰ ਆਪਾਂ ਸਬ ਡਿਵੀਜ਼ਨ ਕਹਿ ਦਿੰਦੇ ਹਾਂ। ਠੀਕ ਹੈ ਜੀ, ਸਾਡੇ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਹੜੇ ਨੇ, ਉਹ ਇੱਥੇ ਦੇ ਮੇਨ ਅਬੋਹਰ ਦੇ ਲੀਡਰ ਨੇ। ਤੇ ਇਹਨਾਂ ਨੂੰ ਮਿਨੀ ਕੈਲੀਫੋਰਨੀਆ, ਜਿਹੜਾ ਅਬੋਹਰ ਸਿਟੀ ਹੈ, ਇਹਨੂੰ ਮਿਨੀ ਕੈਲੀਫੋਰਨੀਆ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਕਾਟਨ, ਸਿਟਰਸ ਫਰੂਟ ਬਹੁਤ ਜ਼ਿਆਦਾ ਹੁੰਦਾ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਕਿ ਜਿਹੜਾ ਕਿੰਨੂ ਦੀ ਜਿਹੜੀ ਪੈਦਾਵਾਰ ਸਭ ਤੋਂ ਜ਼ਿਆਦਾ ਹੁੰਦੀ ਹੈ। ਤੇ ਜਲਾਲਾਬਾਦ ਸਿਟੀ ਦੇ ਬਾਰੇ ਗੱਲ ਕਰੀਏ ਤਾਂ ਫਿਰ ਇਹ ਕੀ ਸੀ ਜੀ, ਇਹ ਕੈਪੀਟਲ ਸੀ ਨਵਾਬ ਆਫ ਮਮਦੋਟ ਨਾਮ ਦੇ ਇੱਕ ਨਵਾਬ ਦੀ ਕੈਪੀਟਲ ਹੁੰਦੀ ਸੀ। ਤੇ ਇਹ ਜਿਹੜੀ ਫਾਊਂਡ ਕੀਤਾ ਸੀਗਾ, ਇਹ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਮਮਦੋਟ ਰਾਜੇ ਨੂੰ ਬਿਠਾਇਆ ਸੀਗਾ। ਉਹਦੇ ਅੰਡਰ ਉਹਨਾਂ ਦਾ ਬੇਟਾ ਹੋਇਆ ਸੀ ਨਵਾਬ ਜਲਾਲੂਦੀਨ ਖਾਨ। ਠੀਕ ਹੈ ਜੀ, ਤਾਂ ਉਹਨਾਂ ਦੇ ਨਾਮ 'ਤੇ ਇਹ ਜਲਾਲਾਬਾਦ ਜਿਹੜਾ ਸ਼ਹਿਰ ਹੈ ਇਹ ਵਸ ਗਿਆ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਤੇ ਅਬੋਹਰ ਦੀ ਗੱਲ ਕਰੀਏ, ਅਬੋਹਰ ਇੱਕ ਏਸ਼ੀਅਨ ਟਾਈਮ ਦੀ ਸਿਟੀ ਹੈ, ਇਹ ਵੀ ਕਹਿੰਦੇ ਆ ਜੀ। ਇਹਦਾ ਜਿਹੜਾ ਜ਼ਿਕਰ ਹੈ ਜੀ, ਇਹ ਇਬਨ ਬਤੂਤਾ ਜਿਹੜੇ ਟਰੈਵਲਰ ਮੋਰੋਕੋ ਤੋਂ ਸੀਗਾ, ਉਹਨੇ ਆਪਣੀ ਬੁੱਕ ਦੇ ਵਿੱਚ ਮੈਂਸ਼ਨ ਕੀਤਾ ਹੈ। ਇਹ ਇਜਿਪਟ ਦਾ ਟਰੈਵਲਰ ਸੀਗਾ। ਪੁੱਛਿਆ ਜਾ ਸਕਦਾ ਕਿੱਥੋਂ ਦਾ ਟਰੈਵਲਰ ਸੀਗਾ, ਇਜਿਪਟ ਦੇਸ਼ ਦਾ, ਜਿਹਦੀ ਰਾਜਧਾਨੀ ਹੈ ਕੈਰੋ। ਠੀਕ ਹੈ ਜੀ, ਅਲੈਗਜ਼ੈਂਡਰੀਆ, ਇਹ ਵੀ ਯਾਦ ਰੱਖਣਾ ਹੈ। ਇਹ 2 ਸਿਟੀਆਂ ਨੇ ਜਿਹੜੀਆਂ 24 ਘੰਟੇ ਚੱਲਦੀਆਂ ਨੇ, ਕਿਉਂਕਿ ਇਹ ਦੋਨੇ ਸਿਟੀਆਂ ਨੀਲ ਰਿਵਰ ਦੇ ਉੱਪਰ ਨੇ। ਤੇ ਨੀਲ ਰਿਵਰ ਤੁਹਾਨੂੰ ਪਤਾ ਪੂਰੇ ਵਰਲਡ ਦੀ ਸਭ ਤੋਂ ਵੱਡੀ ਨਦੀ ਹੈ। ਠੀਕ ਹੈ ਜੀ, ਗੱਲ ਕਰਦੇ ਹਾਂ ਉਸ ਤੋਂ ਬਾਅਦ ਇੱਥੋਂ ਅਬੋਹਰ ਤੋਂ ਜੀ ਹੋਰ ਕੌਣ ਹੋਇਆ, ਕਿਉਂਕਿ ਇਹ ਫਸਟ ਟਾਊਨ ਸੀਗਾ। ਉਹਨੇ ਦੱਸਿਆ ਸੀਗਾ ਵੀ ਜਦੋਂ ਮੈਂ ਟਰੈਵਲ ਕਰਨ ਆਇਆ ਸੀਗਾ ਤੇ ਹਿੰਦੁਸਤਾਨ 'ਚ ਐਂਟਰ ਕਰਨਾ ਸੀਗਾ ਨਾ, ਤਾਂ ਪਹਿਲਾ ਟਾਊਨ ਕੌਣ ਸੀਗਾ, ਅਬੋਹਰ ਸੀਗਾ। ਉਹਨੇ ਇਹ ਦੱਸਿਆ ਸੀਗਾ, ਇਹ ਇਬਨ ਬਤੂਤਾ ਨੇ। ਠੀਕ ਹੈ ਜੀ, ਤੇ ਉਹਦੀ ਬੁੱਕ ਦੇ ਵਿੱਚ ਮੈਂਸ਼ਨ ਹੈ। ਤੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਪਤਾ ਜੀ ਹਿੰਦੁਸਤਾਨ ਦੇ ਵਿੱਚ 4 ਪਰਸਨ, ਇੱਕ ਸੁਪਰੀਮ ਕੋਰਟ ਦਾ ਜੱਜ, ਇੱਕ ਸਪੀਕਰ, ਪ੍ਰਧਾਨ ਮੰਤਰੀ, ਤੇ ਸਾਡੇ ਇੱਕ ਹੈਗੇ ਨੇ ਸੁਪਰੀਮ ਕੋਰਟ ਦੇ CJI, ਤੇ ਇੱਕ ਹੈਗੇ ਨੇ ਪ੍ਰੈਜ਼ੀਡੈਂਟ। ਇਹ 4 ਪਰਸਨ ਬੜੇ ਪਾਵਰਫੁਲ ਨੇ। ਤੇ ਅਬੋਹਰ ਸਿਟੀ ਤੋਂ ਸਾਡੇ ਸਪੀਕਰ ਹੋਏ ਨੇ ਡਾਕਟਰ ਬਲਰਾਮ ਜਾਖੜ ਜੀ, ਤੇ ਉਹ ਵੀ ਇੱਥੇ ਅਬੋਹਰ ਸਿਟੀ ਉਹ ਸਾਡੇ ਲੋਕ ਸਭਾ ਦੇ ਸਪੀਕਰ ਬਣੇ ਸੀ। ਨਾਲੇ ਸਭ ਤੋਂ ਲੌਂਗੈਸਟ ਜਿਹੜਾ ਟੈਨਿਓਰ ਸੀਗਾ ਉਹਨਾਂ ਦਾ, 10 ਸਾਲ ਸਪੀਕਰ ਰਹੇ ਸੀ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਹੈ, ਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੁੱਛਿਆ ਜਾ ਸਕਦਾ ਤੁਹਾਨੂੰ। ਤੇ ਗੱਲ ਕਰਦੇ ਹਾਂ ਜੀ ਸ਼੍ਰੀ ਮੁਕਤਸਰ ਸਾਹਿਬ ਦੀ। ਮੁਕਤਸਰ ਸਾਹਿਬ ਦੀ ਗੱਲ ਕਰਦੇ ਹਾਂ, ਇਹ ਕਦੋਂ ਆਇਆ ਸੀਗਾ ਐਗਜ਼ਿਸਟੈਂਸ ਦੇ ਵਿੱਚ? 1995 ਦੇ ਵਿੱਚ ਇਸ ਨੂੰ ਐਗਜ਼ਿਸਟੈਂਸ ਦੇ ਵਿੱਚ ਲੈ ਕੇ ਆਏ ਸੀਗੇ। ਤੇ ਫਾਜ਼ਿਲਕਾ, ਬਠਿੰਡਾ ਤੇ ਫਿਰੋਜ਼ਪੁਰ ਤੇ ਫਰੀਦਕੋਟ, ਇਹ 4 ਡਿਸਟ੍ਰਿਕਟ ਇਹਦੇ ਨਾਲ ਟੱਚ ਕਰਦੀਆਂ ਨੇ। ਤੇ ਇਹਦਾ ਜਿਹੜਾ ਨਾਮ ਹੈ ਸ਼੍ਰੀ ਮੁਕਤਸਰ ਸਾਹਿਬ, ਬਹੁਤ ਹੀ ਹਿਸਟੋਰੀਕਲ ਸਾਡੇ ਗੁਰੂਆਂ ਪੀਰਾਂ ਤੋਂ ਰਿਲੇਟਿਡ ਜਿਹੜੀ ਸਿਟੀ ਹੈ, ਕਿਉਂਕਿ ਇੱਥੇ ਇਹਦਾ ਨਾਮ ਜਿਹੜਾ ਹੈ, ਇਹਦੇ ਵਿੱਚ ਆਪਾਂ ਗੱਲ ਕਰਦੇ ਵੀ ਤਹਿਸੀਲਾਂ ਕਿਹੜੀਆਂ ਨੇ, ਮੁਕਤਸਰ, ਮਲੋਟ ਤੇ ਗਿੱਦੜਬਾਹਾ, ਇਹ 3 ਸਿਟੀਜ਼ ਇਹਦੇ ਅੰਡਰ ਪੈਂਦੀਆਂ ਨੇ ਇਸ ਡਿਸਟ੍ਰਿਕਟ ਦੇ ਵਿੱਚ। ਇਹਦਾ ਜਿਹੜਾ ਨਾਮ ਪਿਆ ਸੀਗਾ, ਤੁਹਾਨੂੰ ਪਤਾ ਹੋਏਗਾ ਵੀ ਜਦੋਂ ਆਪਣੇ ਅਨੰਦਪੁਰ ਸਾਹਿਬ ਦੀ ਲੜਾਈ ਹੋਈ ਸੀ, ਉਸ ਟਾਈਮ 'ਤੇ 40 ਜਿਹੜੇ ਸਿੱਖ ਸੀਗੇ, ਇਹ ਬੇਦਾਵਾ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਆਏ ਸੀਗੇ, ਜਿਸ ਦੇ ਕਾਰਨ ਜਦੋਂ ਘਰੇ ਆਏ ਸੀ ਤੇ ਮਾਈ ਭਾਗੋ ਜੀ, ਉਹਨਾਂ ਨੇ ਕਹਿੰਦੇ ਜੀ ਮਤਲਬ ਤੇ ਉਹਨਾਂ ਨੂੰ ਕਿਹਾ ਸੀ, ਚੂੜੀਆਂ ਸੁੱਟੀਆਂ ਸੀ। ਤੁਸੀਂ 4 ਸਾਹਿਬਜ਼ਾਦਾ ਮੂਵੀ ਵੇਖੀ ਹੋਏਗੀ, ਤਾਂ ਤੁਸੀਂ ਕਹਿੰਦੇ ਵੀ ਤੁਸੀਂ ਗੁਰੂ ਸਾਹਿਬਾਨ ਨੂੰ ਇਕੱਲੇ ਛੱਡ ਕੇ ਆ ਗਏ, ਤੁਸੀਂ ਤਾਂ ਕਾਇਰ ਹੈਗੇ ਹੋ। ਉਸ ਕਰਕੇ ਫਿਰ ਕਹਿੰਦੇ ਜੀ ਜਦੋਂ ਮੁਕਤਸਰ ਸਾਹਿਬ ਤੋਂ ਕਹਿੰਦੇ ਜੀ ਮਾਛੀਵਾੜਾ ਦੇ ਜੰਗਲਾਂ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਜਦੋਂ ਫਾਈਨਲੀ ਆਪਣੇ ਇੱਥੇ ਪਹੁੰਚੇ ਸੀਗੇ ਮੁਕਤਸਰ ਸਾਹਿਬ ਦੇ ਨਜ਼ਦੀਕ, ਤਾਂ ਇੱਥੇ ਫਾਈਨਲੀ ਆ ਕੇ ਉਹ ਦੁਬਾਰਾ ਜਿਹੜੇ 40 ਸਿੱਖ ਗੁਰੂ ਜੀ ਤੋਂ ਮਿਲਦੇ ਹੈ। ਤੇ ਉਹਦੇ ਵਿੱਚ ਫਿਰ ਉਹ ਬੇਦਾਵਾ ਕਹਿੰਦੇ ਜੀ ਗੁਰੂ ਜੀ ਦਾ ਸਾਥ ਦਿੰਦੇ, ਤੇ ਫਾਈਨਲੀ ਮੋਕਸ਼ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਜੀ ਦੇ ਨਾਲ ਫਿਰ ਕਹਿੰਦੇ ਜੀ ਉਹ ਬੇਦਾਵਾ ਕਹਿੰਦੇ ਜੀ ਉਹ ਗੁਰੂ ਜੀ ਦੇ ਦੁਆਰਾ ਉਸ ਨੂੰ ਪਾੜ ਦਿੱਤਾ ਜਾਂਦਾ ਹੈ।
ਉਹਨੂੰ ਫਿਰ ਕਹਿੰਦੇ ਜੀ, ਅਤੇ ਬਾਅਦ ਦੇ ਗੁਰੂ ਜੀ ਨੇ ਦੁਬਾਰਾ ਉਹਨਾਂ ਨੂੰ ਆਪਣੇ ਸਿੱਖੀਜ਼ਮ ਦੇ ਵਿੱਚ ਕਨਵਰਟ ਕੀਤਾ ਸੀਗਾ ਦੁਬਾਰਾ, ਠੀਕ ਹੈ ਜੀ। ਜਿਸ ਕਰਕੇ ਇਹ ਜਿਹੜੀ ਹਿਸਟੋਰੀਕਲ ਸਿਟੀ ਹੈ, ਅਤੇ ਇਹ ਜਿਹੜੇ 40 ਮੁਕਤੇ ਜਿਹੜੇ ਸਿੰਘ ਹੁੰਦੇ ਸੀਗੇ, ਇਹ ਉਸ ਟਾਈਮ ਦੇ ਵਿੱਚ ਲੜਾਈ ਦੇ ਵਿੱਚ ਮੁਗਲ ਆਰਮੀ ਦੇ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ ਸੀ, ਜਿਨ੍ਹਾਂ ਕਰਕੇ 40 ਮੁਕਤਾਸ ਦੇ ਨਾਮ ਦੇ ਉੱਪਰ ਇਸ ਜਿਹੜੀ ਸਿਟੀ ਦਾ ਨਾਮ ਹੀ ਮੁਕਤਸਰ ਸਾਹਿਬ ਪੈ ਗਿਆ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਇਹਨਾਂ ਦੀ ਇੱਥੇ ਟੌਮ ਬਣੀ ਹੋਈ ਹੈ ਮੁਕਤਸਰ ਸਾਹਿਬ ਦੇ ਵਿੱਚ, ਤੁਸੀਂ ਵੇਖ ਸਕਦੇ ਹੋ। ਇਸ ਟਾਈਮ ਦੇ ਇਸ ਸਿਟੀ ਨੂੰ ਏਸ਼ੀਅਨ ਟਾਈਮ ਦੇ ਵਿੱਚ ਆਪਾਂ ਕਹਿੰਦੇ ਹਾਂ ਖਿਦਰਾਣੇ ਦੀ ਢਾਬ, ਖਿਦਰਾਣੇ ਦੀ ਢਾਬ ਵੀ ਕਹਿੰਦੇ ਹਾਂ, ਇਹ ਵੀ ਤੁਸੀਂ ਯਾਦ ਰੱਖਣਾ। ਇੱਥੇ ਗੁਰੂ ਸਾਹਿਬਾਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀ, ਇੱਥੇ ਕਾਫੀ ਟਾਈਮ ਜਿਹੜਾ ਗੁਰੂ ਜੀ ਨੇ ਇੱਥੇ ਬਤੀਤ ਕੀਤਾ। ਤਾਂ ਸੋ ਇੱਥੇ ਗੁਰੂ ਜੀ ਨੇ ਕਾਫੀ ਲੜਾਈਆਂ ਵੀ ਲੜੀਆਂ ਸੀ, ਅਤੇ ਇੱਥੇ 5 ਗੁਰਦੁਆਰੇ ਬੜੇ ਇੰਪੋਰਟੈਂਟ ਨੇ। ਤੂਤੀ ਵਾਲਾ ਜਿਹੜਾ ਗੁਰਦੁਆਰਾ, ਅਤੇ ਇੱਕ ਟਿੱਬੀ ਸਾਹਿਬ ਗੁਰਦੁਆਰਾ ਹੈ ਜੀ, ਇੱਕ ਰਕਾਬਸਰ ਗੁਰਦੁਆਰਾ ਹੈ ਜੀ। ਅੰਗੂਰਾਂ ਵਾਲੀ ਮਸੀਤ ਜਿਹੜਾ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ, ਅੰਗੂਰਾਂ ਵਾਲੀ ਮਸੀਤ, ਇਹ ਕੁਐਸਚਨ ਪੇਪਰ ਦੇ ਵਿੱਚ ਕਾਫੀ ਵਾਰੀ ਆਇਆ ਹੋਇਆ ਹੈ। ਗੁਰਦੁਆਰਾ ਗੁਪਤਸਰ ਅਤੇ ਸਰਾਏ ਨਾਗਾ ਅਤੇ ਗੁਰੂ ਮੁਕਤਾ ਮੀਨਾਰਸ, ਇਹ ਸਾਰਾ ਇੱਥੇ ਤਰ੍ਹਾਂ ਮੁਕਤਸਰ ਸਾਹਿਬ ਦੇ ਵਿੱਚ ਤੁਹਾਨੂੰ ਇਹ ਜਿਹੜੀਆਂ ਇੰਪੋਰਟੈਂਟ ਪਲੇਸਿਸ ਨੇ ਵੇਖਣ ਨੂੰ ਮਿਲਣਗੀਆਂ। ਅਤੇ ਇੰਪੋਰਟੈਂਟ ਫੇਅਰ ਦੀ ਗੱਲ ਕਰੀਏ ਤਾਂ ਇੱਥੇ ਮਾਘੀ ਦਾ ਮੇਲਾ ਲੱਗਦਾ ਜੀ, ਬਹੁਤ ਇੰਪੋਰਟੈਂਟ ਹੈ। ਇੱਥੇ ਘੋੜੀਆਂ ਦਾ ਮੇਲਾ ਲੱਗਦਾ, ਇਹ ਵੀ ਤੁਸੀਂ ਯਾਦ ਕਰਨਾ ਹੈ। ਰੈਂਕਿੰਗ ਵਾਈਜ਼ ਆਪਾਂ ਗੱਲ ਕਰੀਏ ਤਾਂ ਸਭ ਤੋਂ ਲੋਐਸਟ ਡੈਂਸਿਟੀ ਦਾ ਮਤਲਬ ਹੁੰਦਾ ਵੀ 1 ਕਿਲੋਮੀਟਰ ਇੱਦਾਂ 1 ਕਿਲੋਮੀਟਰ ਇੱਦਾਂ, ਇਹਦੇ ਵਿੱਚ ਕਿੰਨੇ ਲੋਕ ਰਹਿੰਦੇ ਆ, ਤਾਂ ਸਭ ਤੋਂ ਘੱਟ ਲੋਕ ਕਿਹੜੇ ਡਿਸਟ੍ਰਿਕਟ ਦੇ ਵਿੱਚ ਪੰਜਾਬ 'ਚ ਰਹਿੰਦੇ ਆ, ਤਾਂ ਮੁਕਤਸਰ ਸਾਹਿਬ ਦੇ ਵਿੱਚ ਰਹਿੰਦੇ ਆ, ਕਿਉਂਕਿ ਇੱਥੇ ਸਭ ਤੋਂ ਲੋਐਸਟ ਡੈਂਸਿਟੀ ਰੇਸ਼ੋ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਆਈ ਹੋਪ ਕਿ ਤੁਹਾਨੂੰ ਮੈਂ ਇਹ ਸਾਰਾ ਸਮਝਾ ਦਿੱਤਾ ਹੈ। ਅਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਮੋਗਾ ਡਿਸਟ੍ਰਿਕਟ ਤੋਂ ਬਾਅਦ ਪਟਿਆਲਾ ਡਿਸਟ੍ਰਿਕਟ, ਸੰਗਰੂਰ ਡਿਸਟ੍ਰਿਕਟ ਅਤੇ ਬਰਨਾਲਾ ਡਿਸਟ੍ਰਿਕਟ। ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ, ਅਤੇ ਕੋਈ ਵੀ ਕੁਐਸਚਨ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਅਤੇ ਫਾਈਨਲੀ ਨੈਕਸਟ ਵੀਡੀਓ ਦੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਹਨਾਂ ਚਾਰੇ ਡਿਸਟ੍ਰਿਕਟ ਦੇ ਬਾਰੇ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਮਿਲਦੇ ਹਾਂ ਜੀ ਨੈਕਸਟ ਲੈਕਚਰ ਦੇ ਵਿੱਚ।